ਲੁਧਿਆਣਾ ਦੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਾਰਟੀ ਕਰਨ ਗਏ ਕਾਰੋਬਾਰੀਆਂ ਉੱਪਰ ਰੈਸਟੋਰੈਂਟ ਮਾਲਕਾਂ ਨੇ ਹੀ ਹਮਲਾ ਕਰ ਦਿੱਤਾ। ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ਥਾਣੇ ਦੇ ਪੈਂਦੇ ਇੱਕ ਰੈਸਟੋਰੈਂਟ ਦਾ ਹੈ ਜਿੱਥੇ ਕਾਰੋਬਾਰੀਆਂ ਵੱਲੋਂ ਇੱਕ ਪਾਰਟੀ ਰੱਖੀ ਗਈ ਸੀ, ਪਰ ਪਾਰਟੀ ਖਤਮ ਹੋਣ ਤੇ ਰੈਸਟੋਰੈਂਟ ਮਾਲਕਾਂ ਤੇ ਕਾਰੋਬਾਰੀਆਂ ਵਿਚਕਾਰ ਕਹਾਸੁਣੀ ਹੋ ਗਈ ਅਤੇ ਮਾਮਲਾ ਇੰਨਾ ਗਰਮਾ ਗਿਆ ਕਿ ਕਿਹਾ ਜਾ ਰਿਹਾ ਹੈ ਕਿ ਰੈਸਟੋਰੈਂਟ ਮਾਲਕਾਂ ਨੇ ਉਹਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰ ਦਿੱਤੀ, ਜਿਸ ਵਿੱਚ ਕਈ ਕਾਰੋਬਾਰੀ ਜ਼ਖਮੀ ਹੋ ਗਏ ਅਤੇ ਜ਼ਖਮੀਆਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਸ ਨੂੰ ਲੈ ਕੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਐਨਕਾਊਂਟਰ ਲੁਧਿਆਣਾ ਤੋਂ ਟਿੰਕਾ ਦੀ ਰਿਪੋਰਟ। ਬੰਦਾ ਬੁਲਾਓ ਜਿਹੜਾ ਜੇ ਗੱਲ ਕੋਈ ਗੱਲ ਉਹਨੇ ਦੇਖਣਾ 10 ਮਿੰਟ ਉਹਨੂੰ ਗੱਲ ਤਾਂ ਬੋਲੋ ਭਾਈ ਓਏ ਬੰਦ ਬਣਾ ਕਰਕੇ ਭਾਈ ਕੌਣ ਦਿਖਾਵਾ ਗਲੀ ਭੈਣ ਨਹੀਂ इन्हां ने अपने कोल कब्जे च रखिया हुई हैं। एक दो बंदे आपां मार भी देवांगे तां भी कोई चक्कर नहीं, मुंडे चक दो। सर पुलिस वालों कार्रवाई की गई, कोई शिकायत? पुलिस ने लुधियाना पुलिस ने सानू बड़ा अच्छा रिस्पॉन्स दिता। रातों रात 7 दा 323 दा ते आर्म्स एक्ट दा पर्चा इन्हां ते लाया गया। ਤੁਹਾਡੀ ਗੱਡੀਆਂ ਵੀ ਕਹਿੰਦੇ ਉੱਥੇ ਉਹਨਾਂ ਦੇ ਕੋਲ ਹੀ ਕਬਜ਼ੇ ਤੇ? ਹਾਂਜੀ, ਸਾਡੀ 5 ਗੱਡੀਆਂ ਇਹਨਾਂ ਨੇ ਆਪਣੇ ਕਬਜ਼ੇ 'ਚ ਰੱਖ ਲਈਆਂ, ਜਿਹਦੇ 'ਚ 5 ਗੱਡੀਆਂ ਸਾਡੀਆਂ ਆਪਣੀਆਂ ਹੁੰਦੀਆਂ। ਹਾਂ, ਬਕਲਾਵੀ ਰੈਸਟੋਰੈਂਟ ਦੇ ਓਨਰ SS ਬਿੰਦਰਾ, ਉਹਨਾਂ ਦੇ 2 ਸੁਪੁੱਤਰ ਤੇ ਮਨਮੀਤ ਬਿੰਦਰਾ ਨੇ ਆਪਣੇ 30 ਤੋਂ ਜ਼ਿਆਦਾ EMPLOYEES ਨਾਲ ਸਾਡੇ ਉੱਤੇ ਅਟੈਕ ਕਰਤਾ। ਇਹਨਾਂ ਕੋਲ ਛੜਾ, ਚਾਕੂ, ਈਵਨ ਬੁਚਰ ਨਾਈਫਸ, ਵੱਡੇ ਵਾਲੇ ਚਾਕੂ ਤੋਂ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ। ਅਸੀਂ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਹੀ ਰਹੇ ਸੀ ਕਿ ਮੈਨੂੰ ਯਾਦ ਹੈ ਕੰਪਨੀ ਦੇ ਇਨਵੈਸਟਰਸ ਨੂੰ ਸਨਮਾਨਿਤ ਕਰਨ ਲਈ ਬਕਲਾਵੀ ਰੈਸਟੋਰੈਂਟ ਵਿੱਚ ਇੱਕ ਫੰਕਸ਼ਨ ਰੱਖਿਆ ਸੀ। ਫੰਕਸ਼ਨ ਦੇ ਖਤਮ ਹੁੰਦੇ ਬਕਲਾਵੀ ਰੈਸਟੋਰੈਂਟ ਹਾਂਜੀ ਸਰ, ਕੱਲ ਫੰਕਸ਼ਨ ਸੀਗਾ ਤੁਹਾਡਾ, ਉੱਥੇ ਕੀ ਵਾਰਦਾਤ ਹੋਈ ਸੀ, ਥੋੜਾ ਬਰੀਫ ਕਰੋ। ਯਹੀਂ ਰੱਖੋ। ਹਾਂਜੀ ਸਰ, ਕੀ ਨਾਮ ਆ, ਕੀ ਗੱਲ? ਅਨਿਰੁੱਧ ਗਰਗ ਨਾਮ ਹੈ ਜੀ ਮੇਰਾ। ਅਸੀਂ 29 ਤਰੀਕ ਫਰਾਈਡੇ ਨੂੰ ਬਕਲਾਵੀ ਰੈਸਟੋਰੈਂਟ ਜਿਹੜਾ ਨਹਿਰ ਤੇ ਹੈ, ਇਹਦੇ 'ਚ ਇੱਕ ਆਪਣੀ ਇਨਵੈਸਟਰ ਮੀਟ ਰੱਖੀ ਸੀ। ਇਸ ਇਨਵੈਸਟਰ ਮੀਟ ਦੇ ਖਤਮ ਹੁੰਦੇ ਇਸ ਰੈਸਟੋਰੈਂਟ ਦੇ ਓਨਰ ਜਿਹੜੇ ਟਾਊਨ ਪਲਾਨਰ ਹੈ ਬਠਿੰਡਾ ਦੇ SS ਬਿੰਦਰਾ, ਇਹਨਾਂ ਦੇ ਮੁੰਡੇ ਗੁਰਕੀਰਤ ਬਿੰਦਰਾ ਤੇ ਮਨਮੀਤ ਬਿੰਦਰਾ ਅਤੇ ਇਹਨਾਂ ਦੇ ਸਾਰੇ ਸਟਾਫ ਜਿਹੜੇ 30 ਤੋਂ ਜ਼ਿਆਦਾ ਸੀਗੇ, ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਹਥਿਆਰਾਂ ਨਾਲ। ਗੁਰਕੀਰਤ ਬਿੰਦਰਾ ਨੇ ਸਾਡੇ ਉੱਤੇ ਪਿਸਤੌਲ ਵੀ ਤਾਨੀ ਤੇ ਇਹਨਾਂ ਤਿੰਨਾਂ ਬੰਦਿਆਂ ਨੇ ਸਾਨੂੰ ਬੋਤਲਾਂ ਨਾਲ, ਸ਼ਰਾਬ ਦੀਆਂ ਜਿਹੜੀ ਗਲਾਸ ਦੀਆਂ ਬੋਤਲਾਂ ਹੈ ਉਹਨਾਂ ਨਾਲ, ਡੰਡਿਆਂ ਨਾਲ, ਤਲਵਾਰਾਂ ਨਾਲ ਸਾਡੇ ਤੇ ਅਟੈਕ ਕੀਤਾ। ਅਸੀਂ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਭੱਜੇ। ਜਾਂਦੇ ਮੈਨੂੰ ਯਾਦ ਹੈ ਕਿ ਸ਼੍ਰੀਮਾਨ SS ਬਿੰਦਰਾ ਨੇ ਕਿਹਾ ਆਪਣੇ ਕੋਲ 2000 ਏਕੜ ਜਗ੍ਹਾ ਹੈ, 2-4 ਬੰਦੇ ਆਪਾਂ ਮਾਰ ਵੀ ਦੇਵਾਂਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਅਸੀਂ ਬੜੀ ਮੁਸ਼ਕਿਲ ਨਾਲ ਇੱਥੋਂ ਬਚ ਕੇ ਨਿਕਲੇ ਹਾਂ ਜੀ। ਅਸੀਂ ਇੱਥੋਂ ਸਿੱਧਾ DMC ਹਸਪਤਾਲ ਗਏ, ਜਿੱਥੇ ਜਾ ਕੇ ਸਾਡੀ ਗੂੰਜੀਆਂ ਸੱਟਾਂ ਨਾਲ ਦਾ ਡਾਕਟਰਾਂ ਨੇ ਇਲਾਜ ਕੀਤਾ। ਮੇਰਾ ਦੋਸਤ ਕਰਨ ਗੋਇਲ ਜਿਹਦੇ
ਸਕਲ 'ਚ ਫ੍ਰੈਕਚਰ ਆ ਗਿਆ ਹੈ, ਉਹਦੇ 7 ਤੋਂ ਜ਼ਿਆਦਾ ਟਾਂਕੇ ਲੱਗੇ। ਮੇਰੇ ਫਾਦਰ ਇਨ ਲਾਅ ਦੀ ਪਿੱਠ ਤੋੜ ਦਿੱਤੀ ਗਈ। ਸਾਡੇ ਅੰਕਲ ਜੋ ਕਿ ਇੱਕ ਬਹੁਤ ਹੀ ਨਾਮਚੀਨ ਸਾਈਕਲ ਮੈਨੂਫੈਕਚਰਰ ਨੇ, ਉਹਨਾਂ ਦੀ ਖੱਬੀ ਬਾਂਹ ਤੋੜ ਦਿੱਤੀ ਗਈ। ਮੇਰੇ ਆਪਦੇ ਗਰਦਨ ਤੇ 2 ਵਾਰ ਲੋਹੇ ਦੀ ਛੜ ਨਾਲ ਅਟੈਕ ਕੀਤਾ ਗਿਆ ਤੇ ਮੇਰੀ ਗਰਦਨ ਤੋੜ ਦਿੱਤੀ ਗਈ। ਮੇਰੇ ਫਾਦਰ ਸਾਹਿਬ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਬਣਾਇਆ, ਉਹਨਾਂ ਤੇ ਘੱਟੋ ਘੱਟ 3 ਵਾਰ ਇਹਨਾਂ ਨੇ ਲੋਹੇ ਦੀ ਛੜ ਨਾਲ ਅਟੈਕ ਕੀਤਾ ਤੇ 2 ਵਾਰ ਗੁਰਕੀਰਤ ਗਰੇਵਾਲ ਨੇ ਗੁਰਕੀਰਤ ਬਿੰਦਰਾ ਨੇ ਸ਼ਰਾਬ ਦੀਆਂ ਬੋਤਲਾਂ ਨਾਲ ਅਟੈਕ ਕੀਤਾ। ਜਾਂ ਪੁਲਿਸ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ? ਕੋਈ ਕਾਰਵਾਈ ਇਸ ਮਾਮਲੇ 'ਚ ਕੀਤੀ ਪੁਲਿਸ ਨੇ? ਪੁਲਿਸ ਦੀ ਕਾਰਵਾਈ ਇਨੀਸ਼ੀਅਲੀ ਬਹੁਤ ਅੱਛੀ ਸੀਗੀ। ਇਹਨਾਂ ਨੇ ਸਾਡੀ ਜ਼ਖਮਾਂ ਨੂੰ ਦੇਖ ਕੇ ਤੇ ਡਾਕਟਰ ਦੇ ਐਨਾਲਿਸਿਸ ਨੂੰ ਦੇਖ ਕੇ ਪਰਚਾ ਦਰਜ ਕੀਤਾ 307 ਦਾ, 323 ਦਾ ਐਂਡ ਆਰਮਸ ਐਕਟ ਦਾ। ਬਟ ਜਿਵੇਂ ਹੀ ਇਹ ਪਰਚੇ ਦਰਜ ਹੋਏ, ਸਾਨੂੰ ਨਹੀਂ ਪਤਾ ਲੱਗਿਆ ਕਿ ਕਿਹੜਾ ਪ੍ਰੈਸ਼ਰ ਪੁਲਿਸ ਤੇ ਪਾ ਦਿੱਤਾ ਗਿਆ ਹੈ। ਪੁਲਿਸ ਨੇ ਬਿਲਕੁਲ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ ਗਿਆ। ਸਾਨੂੰ ਜਾਂ ਤਾਂ ਕੰਪਰੋਮਾਈਜ਼ ਕਰ ਲਓ ਜਾਂ ਥ੍ਰੈਟ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ। ਹਾਂਜੀ, ਸਾਨੂੰ ਪਹਿਲਾਂ ਕੰਪਰੋਮਾਈਜ਼ ਲਈ ਕਾਲ ਆ ਰਹੀਆਂ ਸੀਗੀਆਂ ਤੇ ਜਦੋਂ ਅਸੀਂ ਕਿਹਾ ਕਿ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ ਤੇ ਲਾਅ ਨੂੰ ਫੋਲੋ ਕਰਾਂਗੇ ਤਾਂ ਸਾਨੂੰ ਥ੍ਰੈਟ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ। ਸਾਨੂੰ ਆਪਣੀ ਜ਼ਿੰਦਗੀ ਦਾ ਬਹੁਤ ਖਤਰਾ ਹੈ। ਸਾਨੂੰ ਲੱਗਦਾ ਹੈ ਕਿ ਪੁਲਿਸ ਨੂੰ ਆਪਣਾ ਕੰਮ ਪ੍ਰੋਪਰਲੀ ਕਰਨਾ ਚਾਹੀਦਾ ਹੈ। ਇਹ ਮੁੰਡੇ ਤੇ ਇਹਨਾਂ ਦੇ ਫਾਦਰ ਸਾਹਿਬ ਸਰਾਭਾ ਨਗਰ ਵਿੱਚ ਅੱਜ ਦੇ ਡੇਟ ਵਿੱਚ ਖੁੱਲ੍ਹੇ ਘੁੰਮਦੇ 307 ਦੇ ਪਰਚੇ ਦੇ ਬਾਅਦ ਦਿਖਾਈ ਦਿੱਤੇ ਗਏ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਆਪਣੇ ਸਾਡੇ ਵਰਗੇ ਨਾਗਰਿਕਾਂ ਨੂੰ ਇਨਸਾਫ ਦਿੱਤਾ ਜਾਵੇ, ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤੇ ਮਾਨਨੀय ਕੋਰਟ ਦੇ ਸਾਹਮਣੇ ਹਾਜ਼ਰ ਕੀਤਾ ਜਾਵੇ। ਓਕੇ, ਮੈਂ ਡੀਜੀਪੀ ਪੰਜਾਬ, ਮੈਂ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਨੂੰ ਹੱਥ ਜੋੜ ਕੇ ਰਿਕੁਐਸਟ ਕਰਨਾ ਚਾਹੂੰਗਾ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ, ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ। ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਸਾਡੇ ਬੱਚੇ ਘਰ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹੈ। ਅਸੀਂ ਹਸਪਤਾਲ 'ਚ ਕੈਦ ਹੋਏ ਹਾਂ। ਹਾਂਜੀ ਸਰ, ਕੀ ਨਾਮ ਹੈ, ਕੀ ਮਾਮਲਾ? जी, मेरा नाम आयुष जैन है। कल हमने एक सक्सेस पार्टी अपनी कंपनी की दी थी, बकलावी करके एक रेस्टोरेंट है साउथ सिटी कैनाल रोड पर। तो रात को जब सारा पार्टी ख़त्म हो गई थी तो उसके बाद जब हम बिल्स का सेटलमेंट कर रहे थे तो जो मैनेजर थे वो बहुत ही एक्सट्रीम रूड थे, मतलब गालियाँ दे रहे थे हमारे पूरे सबको। जब हमने बोला कि आपने किस हिसाब से काउंटिंग की है, किस हिसाब से प्लेट्स प्लान किए हैं, तो कहते जी हमारे पास कोई काउंटिंग नहीं है, हमारा कोई बंदा नहीं है, बट आपको इतना ही देना पड़ेगा, नहीं तो आपको बाहर नहीं जाने देंगे। उसके बाद जब उन्होंने अपने स्टाफ, जो भी मैनेजर या जो भी उनके बच्चे हैं जो ओनर के, उनको बुलाया तो उन्होंने अपनी गन निकाल ली। फिर उनके स्टाफ ने जो बॉटल्स होती हैं अल्कोहल की, बॉटल्स निकाल ली, स्टील रॉड्स निकाल ली। बड़ा अनलाइकली है, मतलब किसी हॉस्पिटैलिटी इंडस्ट्री में आज तक ऐसा नहीं देखा। बट लिटरली हमें पहले तो लॉक कर दिया गया, बंदी बना दिया गया, फिर सबको मारा गया। और उसके बाद जब हम भागे जान छुड़ा के, उसके बाद भी मारते मारते हमारे कईयों का सिर फट गया, कईयों का हाथ पे फ्रैक्चर हो गया, मेरे पैरों पे लगी, मेरे बैक पे लगी है। सिर्फ हम ओल्डर, जो हमारे साथ एल्डर लोग थे 65-70 ईयर ओल्ड के, उनको भी नहीं छोड़ा। उनको बचाने के चक्कर में ही ये सब काम चलता रहा। वो मतलब बहुत ही शर्मनाक बात है, बिकॉज लुधियाना के लिए ये ब्लैक डे ही कहूँगा मैं। आई थिंक ये 10-12 साल हमने बड़ी सिमिलर एक स्टोरी देखी थी रेस्टोरेंट में ही, एक क्लब में लुधियाना में, जब ऐसा कुछ हुआ था। और आई थिंक आज हम ये देख रहे हैं कि हम पावर का मिसयूज़ जिसको हम कहते हैं, आप मानोगे नहीं, एफआईआर दर्ज हुई सुबह 9 बजे और अभी तक रात के 9 बजे हुए हैं। वो ऑफेंडर्स जो हैं वो फ्री घूम रहे हैं पूरे लुधियाना में और पुलिस ना उनको अरेस्ट कर रही है। और ये एग्जाम्पल जो सेट हो रहा है लुधियाना के लिए बहुत डेंजरस है कि कोई भी कुछ भी करके चले जाए। और आई थिंक पब्लिक को ना पुलिस को फ़र्क पड़ता है और नोबडी केयर्स। यहाँ तक कि हमारी जो गाड़ियाँ हैं वो उधर खड़ी हैं, ना उनकी चाबियाँ वो हमें दी हैं उन्होंने। 4-5 गाड़ियाँ उधर खड़ी हैं और उनके टायर सारे पंक्चर कर दिए, उसको डैमेज कर दिया गया है। आई थिंक पुलिस को एटलीस्ट अपने जनता को कॉन्फिडेंस दिलाने के लिए तो ये तो करना ही पड़ेगा कि जो एक बेसिक स्टेप्स हैं, अगर आपने अटेम्प्ट टू मर्डर किया है तो आपको बेसिक स्टेप्स फॉलो करके उनको अरेस्ट तो करना ही पड़ेगा। ये अपील करते हो? मैं तो बहुत सिंपल अपील करता हूँ कि अगर जनता सारी इकट्ठे बोलेगी तो ऑटोमेटिक सी बात है कि पुलिस अपना जेन्युइन काम करेगी। अगर आवाज़ ही नहीं होगी और यही सेम चीज़ चलता रहेगी तो बहुत अच्छी बात है। आई थिंक ऐसे और भी बहुत सारे लोग होंगे जिनके सर फटेंगे, जिनके हाथ फ्रैक्चर होंगे। सुरक्षित महसूस कर रहे हो? हाँ जी, सुरक्षित महसूस कर रहे हो? बिल्कुल भी नहीं जी। आप कैसे सुरक्षित महसूस सकते हो? हमारे पास इतने पैसे नहीं है कि हम PSOs लेके साथ में घूमें पूरे टाइम, ठीक है ना, 4-4 गार्ड्स लेके घूमें। और घूमे भी क्यों, हमारा शहर है,
पुलिस का काम है ये सेफ्टी महसूस कराना। अगर FIR लॉन्च हुई और उन्होंने नहीं पकड़ा तो ये मेरी नाकामी नहीं, उनकी है।